ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਇਸ ਪਾਕ ਜਗ੍ਹਾ ਦੇ ਉੱਪਰ ਮੁੱਖ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਆਪ ਸਰਬੱਤ ਸੰਗਤ ਨੇ ਬੜੇ ਪ੍ਰੇਮ ਸਹਿਤ ਤੁਰਕੀ ਬਾਣੀ ਦੇ ਇਹ ਅਲਫਾਜ਼ ਸਰਵਣ ਕੀਤੇ ਨੇ। ਆਓ ਇਸ ਅਗੰਮੀ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਅੱਖੀਂ ਦੇਖ ਪਤੀਣੀਆ ਸੁਣ ਸੁਣ ਰੀਣੇ ਕੰਨਾ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ। ਮਹਾਂਪੁਰਸ਼ ਬਾਬਾ ਫਰੀਦ ਜੀ ਤਿੰਨਾਂ ਦਾ ਇਹ ਪਵਿੱਤਰ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1378 ਅੰਗ ਉੱਪਰ ਦਰਜ ਹੈ। ਬਿਰਧ ਅਵਸਥਾ ਦੇ ਬਾਬਤ ਬਾਬਾ ਫਰੀਦ ਜੀ ਸਰੀਰ ਦੀ ਨਿਰਬਲਤਾ ਨੂੰ ਇੱਥੇ ਦਰਸਾਉਂਦੇ ਨੇ। ਅੱਖੀ ਤੋਂ ਭਾਵ ਇਹ ਅਕਸ਼ੰ, ਇਹ ਅੱਖਾਂ ਨੇ। ਅੱਖ ਦਾ ਬਹੁ ਵਚਨ ਅੱਖੀ ਹੋ ਜਾਂਦਾ ਹੈ। ਪਤੀਣ ਦਾ ਮਤਲਬ ਹੁੰਦਾ ਹੈ ਜੋ ਕਮਜ਼ੋਰ ਹੋ ਜਾਵੇ, ਪਤਲਾ ਪੈ ਜਾਵੇ, ਪੁਰਾਣਾ ਹੋ ਜਾਵੇ, ਬੋਦਾ ਹੋ ਜਾਵੇ। ਅੱਗੇ ਜਿਹੜਾ ਲਫ਼ਜ਼ ਵਰਤਿਆ ਹੈ ਰੀਣੇ, ਰੀਣੇ ਤੋਂ ਭਾਵ ਹੈ ਪੱਗਰ ਜਾਣਾ, ਗਲ ਜਾਣਾ, ਖਾਲੀ ਹੋ ਜਾਣਾ, ਨਿਕੰਮੇ ਜਿਹੇ ਹੋ ਜਾਣਾ। ਕੰਨ ਸਰਵਣਾ ਨੂੰ ਕਿਹਾ ਹੈ। ਭਗਤ ਜੀ ਇੱਥੇ ਸਾਨੂੰ ਸਮਝਾਉਂਦੇ ਨੇ, ਭਾਈ ਇਹ ਜਿਹੜੀਆਂ ਅੱਖਾਂ ਜਵਾਨੀ ਦੇ ਵਿੱਚ ਬੜੇ ਦੂਰ ਦਰੇਡੇ ਤੋਂ ਆਉਂਦੀ ਹੋਈ ਹਸਤੀ ਨੂੰ ਵੇਖ ਲੈਂਦੀਆਂ ਸਨ, ਸਭ ਕੁਝ ਸਾਫ਼ ਨਜ਼ਰੀ ਆਉਂਦਾ ਸੀ। ਜ਼ਰੇ ਰੋਗ ਨੇ ਇਹਨਾਂ ਨੂੰ ਨਿਕੰਮਿਆਂ ਕਰ ਦਿੱਤਾ ਹੈ। ਹੁਣ ਧੁੰਦਲਾ ਦਿਖਦਾ ਹੈ, ਨਦਰ ਪਤਲੀ ਪੈ ਗਈ ਹੈ, ਅੱਖਾਂ ਪਤਲੀਆਂ ਪੈ ਗਈਆਂ ਨੇ। ਹੁਣ ਦੇਖਣ ਦੇ ਇਹ ਯੋਗ ਨਹੀਂ ਰਹੀਆਂ। ਇਹ ਜਿਹੜੇ ਕੰਨ ਸਨ ਜਵਾਨੀ ਵਿੱਚ ਬੜੀ ਨਿੰਦਾ ਚੁਗਲੀ ਰਸ ਲੈ ਕੇ ਸੁਣਦੇ ਸਨ, ਗੰਦੇ ਮੰਦੇ ਗੀਤ ਰਸ ਲੈ ਕੇ ਸੁਣਦੇ ਸਨ। ਇਹ ਰੀਣੇ ਭਾਵ ਹੁਣ
ਖਾਲੀ ਹੋ ਗਏ ਨੇ। ਹੁਣ ਸੁਣਨ ਦੀ ਸਮਰੱਥਾ ਨਹੀਂ ਰਹੀ, ਬੋਲੇ ਪੈਣ ਲੱਗ ਪਏ ਨੇ, ਸੁਣਨੋਂ ਹਟ ਰਿਹਾ ਹੈ। ਦੇਖੋ, ਜਦੋਂ ਬਾਣੀ ਨੂੰ ਤੁਸੀਂ ਪੜ੍ਹਦੇ ਹੋ, ਮਹਾਰਾਜ ਜ਼ਿਕਰ ਕਰਦੇ ਨੇ, ਅੱਖੀਂ ਅੰਧ ਜੀਵ ਰਸ ਨਾਹੀ, ਕੰਨੀ ਪਵਨ ਨਾ ਵਾਜੈ, ਚਰਣੀ ਚਲੈ ਪਜੂਤਾ ਆਗੈ, ਬਿਨ ਸੇਵਾ ਫਲ ਲਾਗੇ। ਕਹਿੰਦੇ ਬੁਢੇਪੇ ਦੇ ਨਾਲ ਅੱਖਾਂ ਦੀ ਨਜ਼ਰ ਜਿਹੜੀ ਹੈ ਉਹ ਜਾਂਦੀ ਰਹਿੰਦੀ ਹੈ। ਜ਼ੁਬਾਨ ਜੋ ਜਵਾਨੀ ਵਿੱਚ ਬੜੇ ਪਦਾਰਥ ਚੱਖਦੀ ਸੀ ਨਾ, ਉਹ ਚੱਖਣ ਵਾਲੀ ਸ਼ਕਤੀ ਜ਼ੁਬਾਨ ਦੀ ਖਤਮ ਹੋ ਜਾਂਦੀ ਹੈ। ਕਹਿੰਦੇ ਇਹ ਜਿਹੜੇ ਕੰਨ ਪਵਨ ਰਾਹੀਂ, ਹਵਾ ਰਾਹੀਂ ਬੋਲ ਸੁਣਦੇ ਸਨ, ਹੁਣ ਸੁਣਨੋਂ ਹਟ ਗਿਆ ਹੈ। ਹੁਣ ਜੇ ਕਦਮ ਪੁੱਟਦਾ ਵੀ ਹੈ ਨਾ, ਪਜੂਤਾ ਦਾ ਭਾਵ ਹੈ ਇਹਨੂੰ ਪਕੜਿਆ ਜਾਂਦਾ ਹੈ ਤੇ ਫਿਰ ਚੱਲ ਪਾਉਂਦਾ ਹੈ, ਇਹਦੇ ਵਿੱਚ ਸਮਰੱਥਾ ਨਹੀਂ ਰਹੀ। ਫਰੀਦ ਜੀ ਮਹਾਰਾਜ ਅੱਗੇ ਕਹਿੰਦੇ ਨੇ, ਸਾਖ ਪਕੰਦੀ ਆਈਆ, ਹੋਰ ਕਰੇਂਦੀ ਵਾਨਾ। ਸਾਖ ਸੰਸਕ੍ਰਿਤ ਵਿੱਚ ਸਬਜ਼ੀ ਨੂੰ ਕਹਿੰਦੇ ਨੇ, ਖੇਤੀ, ਸ਼ਾਕ। ਫਾਰਸੀ ਦੇ ਵਿੱਚ ਕਿਹਾ ਜਾਂਦਾ ਹੈ ਟਾਹਣੀ, ਸ਼ਾਖਾ, ਡਾਲੀ। ਪੱਕ ਦਾ ਮਤਲਬ ਹੈ ਜਿਵੇਂ ਫਸਲ ਪੱਕ ਜਾਂਦੀ ਹੈ ਨਾ, ਦ੍ਰਿੜ ਹੋ ਜਾਣਾ, ਪੱਕੇ ਹੋ ਜਾਣਾ। ਅੱਗੇ ਭਗਤ ਜੀ ਕਹਿੰਦੇ ਨੇ, ਕਰੇਂਦੀ ਵੰਨ, ਕਰੇਂਦੀ ਦਾ ਭਾਵ ਹੈ ਕਰਨ ਵਾਲੀ। ਵੰਨ ਰੰਗ ਨੂੰ ਕਿਹਾ ਜਾਂਦਾ ਹੈ, ਵਰਣ ਨੂੰ ਕਿਹਾ ਜਾਂਦਾ ਹੈ। ਕਹਿੰਦੇ ਬੁਢਾਪੇ ਦੇ ਵਿੱਚ ਦੇਹ ਰੂਪੀ ਸ਼ਾਖ ਜਿਹੜੀ ਹੈ, ਖੇਤੀ ਜਿਹੜੀ ਹੈ, ਇਹ ਪੱਕ ਗਈ ਹੈ। ਜਵਾਨੀ ਵਿੱਚ ਹਰਿਆ ਭਰਿਆ ਰੰਗ ਸੀ ਨਾ, ਤੇ ਪੱਕੀ ਖੇਤੀ ਦਾ ਆਪਾਂ ਵੇਖਦੇ ਪੀਲਾ ਜਿਹਾ ਰੰਗ ਪੈ ਜਾਂਦਾ ਹੈ। ਕਹਿੰਦੇ ਹੁਣ ਹੋਰ ਕਰੇਂਦੀ ਵੰਨ, ਇਹਨੇ ਰੰਗ ਬਦਲ ਲਿਆ ਹੈ। ਜਵਾਨੀ ਵਾਲਾ ਰੰਗ ਨਹੀਂ ਰਿਹਾ ਇਸ ਖੇਤੀ ਤੇ। ਹੁਣ ਪੱਕੀ ਫਸਲ ਦੇ ਜਿਹੜੇ ਕੁੰਡ ਨੇ ਨਾ, ਉਹ ਮੁੜ ਜਾਂਦੇ ਨੇ। ਕਹਿੰਦੇ ਹੁਣ ਇਹਦੇ ਹੱਡ ਮੁੜਨ ਲੱਗ ਪਏ ਨੇ, ਕੁੱਬਾ ਜਿਹਾ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਨੇ, ਖੜ ਪੱਕੀ, ਕੁੜ ਭੱਜੈ ਬਿਨਸੈ, ਆਏ ਚੱਲੈ ਕਿਆ ਮਾਣ। ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ, ਗੁਰਮੁਖ ਸ਼ਬਦ ਪਛਾਣ। ਕਹਿੰਦੇ ਇਹ ਸਰੀਰ ਫਸਲ ਦੇ ਨਾੜ ਵਾਂਗੂ ਕੁੜਕ ਕੇ ਇੱਕ ਦਿਨ ਟੁੱਟ ਜਾਣਾ ਹੈ, ਤੜ ਕੇ ਇੱਕ ਦਿਨ ਟੁੱਟ ਜਾਣਾ ਹੈ। ਮਾਣ ਕਾਹਦਾ ਇਹਦੇ ਉੱਤੇ? ਇਸ ਤੋਂ ਪਹਿਲਾਂ ਕਿ ਫਸਲ ਪੱਕੇ, ਜਮ ਰੂਪੀ ਕਿਰਸਾਨ ਇਹਨੂੰ ਵੱਢ ਲਵੇ, ਸ਼ਬਦ ਦੀ ਪਹਿਚਾਣ ਕਰ, ਪਰਮਾਤਮਾ ਦੇ ਗੀਤ ਗਾ, ਤੇਰਾ ਜਿਹੜਾ ਜੀਵਨ ਹੈ ਸਫਲਾ ਹੋ ਜਾਵੇ। ਸੋ ਬੁਢੇਪੇ ਵਿੱਚ ਜਿਹੜੀ ਫਸਲ ਹੈ, ਇਹਨੇ ਫਰੀਦ ਜੀ ਕਹਿੰਦੇ ਰੰਗ ਬਦਲ ਲਿਆ ਹੈ। ਅੱਗੇ ਮਹਾਰਾਜ ਬਾਬਾ ਫਰੀਦ ਜੀ ਹੁਕਮ ਕਰਦੇ ਨੇ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਕਹਿੰਦੇ ਜਿਹੜਾ ਇਨਸਾਨ ਕਾਲੀ ਤੋਂ ਭਾਵ ਜਦੋਂ ਸਿਆਹ ਕਾਲਾ ਰੰਗ ਸੀ ਇਹਦੇ ਦਾੜੇ ਦਾ, ਇਹਦੇ ਕੇਸਾਂ ਦਾ, ਉਦੋਂ ਪਰਮਾਤਮਾ ਨੂੰ ਨਹੀਂ ਧਿਆਉਂਦਾ ਰਿਹਾ। ਰਾਵਿਆ ਦਾ ਭਾਵ ਹੈ
ਭੋਗਿਆ, ਮਾਣਿਆ, ਪਰਮਾਤਮਾ ਨੂੰ ਸਿਮਰਿਆ। ਹੁਣ ਜਦੋਂ ਕੇਸ ਧੌਲੇ ਹੋ ਗਏ ਨੇ, ਧਵਲ ਹੋ ਗਏ ਨੇ, ਚਿੱਟੇ ਹੋ ਗਏ ਨੇ, ਬੁਢੇਪਾ ਆ ਗਿਆ ਹੈ, ਹੁਣ ਕਿੱਥੋਂ ਧਿਆਵੇਗਾ ਪਰਮਾਤਮਾ ਨੂੰ? ਹੁਣ ਕਿੱਥੋਂ ਪਰਮਾਤਮਾ ਦੇ ਗੀਤ ਗਾਵੇਗਾ? ਕਿਉਂਕਿ ਵਾਸ਼ਨਾ ਵਿੱਚ ਇੰਨਾ ਗਲਤਾਨ ਹੈ, ਕਈਆਂ ਵਰਿਆਂ ਤੋਂ ਵਾਸ਼ਨਾਵਾਂ ਵਿੱਚ ਜਕੜਿਆ ਹੋਇਆ ਹੈ। ਹੁਣ ਬੁਢੇਪੇ ਵਿੱਚ ਬਦਲਾਅ ਕਿੱਦਾਂ ਆ ਜਾਵੇ? ਬਾਲ ਬਿਨੋਦ ਜਿੰਦ ਰਸ ਲਾਗਾ, ਖਿਨ ਖਿਨ ਮੋਹੇ ਵਿਆਪੈ, ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਬਚਪਨ ਸੀ, ਬਾਲ ਪੁਣੇ ਦੀਆਂ ਖੇਡਾਂ ਵਿੱਚ ਅਜਾਈਂ ਗਵਾ ਲਿਆ। ਜਵਾਨੀ ਆਈ, ਰਸਾਂ ਕਸਾਂ ਵਿੱਚ, ਵਿਕਾਰਾਂ ਦੇ ਵਿੱਚ, ਕਾਮ ਵਾਸ਼ਨਾ ਵਿੱਚ ਲੰਘ ਗਈ। ਵਿਕਾਰਾਂ ਵਿੱਚ ਦੁੱਖ ਭੋਗਦਾ ਹੈ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਅਰਾਧਿਆ, ਉਛਲਿਆ ਕਾਮ ਕਾਲ ਮਤ ਲਾਗੀ, ਤਉ ਆਨ ਸਖਤ ਗਲ ਬਾਂਧਿਆ। ਕਹਿੰਦੇ ਜਵਾਨੀ ਦੇ ਵਿੱਚ ਨਾ ਜਪ ਕੀਤਾ, ਨਾ ਤਪ ਕੀਤਾ, ਨਾ ਸੰਜਮ, ਇੰਦਰੀਆਂ ਨੂੰ ਹੀ ਰੋਕਿਆ ਪੁੱਠੇ ਕਰਮ ਕਰਨ ਤੋਂ। ਸਾਰੇ ਚੰਗੇ ਕਰਮ ਛੱਡੇ ਨੇ, ਰਾਮ ਦੀ ਅਰਾਧਨਾ ਨਾ ਕੀਤੀ ਜਿਸ ਨੇ ਇਹ ਸੁੰਦਰ ਸਰੀਰ ਬਖਸ਼ਿਆ ਸੀ। ਅਬੈਂਡਨਿੰਗ ਦਾ ਮੈਡੀਟੇਸ਼ਨ, ਚੌਂਕੜਾ ਛੱਡਿਆ ਇਸ ਨੇ, ਰੱਬ ਦੇ ਗੀਤ ਗਾਉਣੇ ਛੱਡੇ ਨੇ। ਇਸ ਲਈ ਜਵਾਨੀ ਵਿੱਚ ਕਾਮ ਦੀਆਂ ਲਹਿਰਾਂ ਸਨ, ਕਾਮ ਵਾਸ਼ਨਾ ਵਿੱਚ ਗਲਤ ਕਰਮ ਕਰਨ ਲੱਗ ਪਿਆ। ਘਰਦਿਆਂ ਸੋਚਿਆ ਵਿਆਹ ਦਿੰਨੇ ਆ, ਸੁਧਰ ਜਾਵੇਗਾ। ਕਹਿੰਦੇ ਇੱਕ ਨਾਰ ਲਿਆ ਦਿੱਤੀ, ਹੁਣ ਉਹਦੇ ਕੋਲ ਹੀ ਬੈਠਾ ਰਹਿੰਦਾ ਹੈ, ਰੱਬ ਦੇ ਗੀਤ ਫਿਰ ਨਹੀਂ ਗਾਉਂਦਾ। ਕਹਿੰਦੇ ਨੇ ਪੁੰਡਰ ਕੇਸ ਕੁਸਮ ਤੇ ਧੌਲੇ, ਸਬਤ ਪਾਤਾਲ ਕੀ ਬਾਣੀ, ਲੋਚਨ ਸ਼ਰਮ ਹੈ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਦਾਣੀ। ਜਵਾਨੀ ਲੰਘ ਗਈ ਵਿਕਾਰਾਂ ਵਿੱਚ, ਬੁਢੇਪਾ ਆ ਗਿਆ, ਕੌਲ ਫੁੱਲ ਨਾਲੋਂ ਵੀ ਚਿੱਟੇ ਕੇਸ ਹੋ ਗਏ। ਹੁਣ ਰੱਬ ਨੂੰ ਕੀ ਆਵਾਜ਼ ਦੇਵੇਂਗਾ? ਜਦੋਂ ਕਿਤੇ ਘਰ ਵਿੱਚ ਰੋਟੀ ਮੰਗਣੀ ਹੁੰਦੀ ਹੈ ਨਾ, ਨਹੁੰ ਕੋਲੋਂ, ਪੁੱਤਰ ਕੋਲੋਂ, ਪੋਤਰਿਆਂ ਕੋਲੋਂ, ਆਵਾਜ਼ ਦਿੰਦਾ ਹੈ। ਇੰਨੀ ਮੱਧਮ ਪੈ ਗਈ ਹੈ ਆਵਾਜ਼, ਇਉਂ ਲੱਗਦਾ ਹੈ ਵੀ 7ਵੇਂ ਪਤਾਲ ਤੋਂ ਕੋਈ ਆਵਾਜ਼ ਦੇ ਰਿਹਾ ਹੋਵੇ। ਹੁਣ ਰੱਬ ਨੂੰ ਕੀ ਆਵਾਜ਼ ਦੇਵੇਂਗਾ ਤੂੰ? ਹੁਣ ਤੇ ਪੱਲੇ ਕੁਝ ਨਹੀਂ ਰਿਹਾ, ਚੌਂਕੜਾ ਲਾਉਣ ਜੋਗਾ ਨਹੀਂ ਰਿਹਾ, ਗੀਤ ਗਾਉਣ ਜੋਗਾ ਨਹੀਂ ਰਿਹਾ। ਸੋ ਮਹਾਰਾਜ ਬਾਬਾ ਫਰੀਦ ਜੀ ਸਾਨੂੰ ਇਹ ਇੱਥੇ ਹੁਕਮ ਕਰਦੇ ਨੇ, ਬੁਢੇਪੇ ਦੇ ਵਿੱਚ ਮੁਸ਼ਕਿਲ ਹੈ ਤੂੰ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਬਹਿ ਸਕੇ, ਕਿਉਂਕਿ ਜਵਾਨੀ ਵਾਲੀਆਂ ਜਿਹੜੀਆਂ ਆਦਤਾਂ ਨੇ ਨਾ, ਉਹਨਾਂ ਨੂੰ ਬਦਲਣਾ ਬੜਾ ਮੁਸ਼ਕਿਲ ਹੈ। ਕਾਮ ਵਾਸ਼ਨਾ ਤੇਰੇ ਅੰਦਰ ਇੱਦਾਂ ਘੁੰਮ ਰਹੀਆਂ ਨੇ ਜਿਵੇਂ ਮਧਾਣੀ ਵਿੱਚ ਦੁੱਧ ਰਿੜਕੀਦਾ ਹੈ ਨਾ, ਬਹੁਤਾਤ ਵਿੱਚ ਵਾਸ਼ਨਾਵਾਂ ਨੇ ਤੇਰੇ ਅੰਦਰ। ਅੱਗੇ ਮਹਾਰਾਜ ਕਹਿੰਦੇ ਨੇ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਸਾਈਂ ਮਾਲਕ ਨੂੰ ਕਹਿੰਦੇ ਨੇ, ਸੁਆਮੀ ਨੂੰ। ਪਿਰਹੜੀ ਦਾ ਭਾਵ ਹੈ ਪ੍ਰੇਮ, ਜੋ ਪ੍ਰਿਯਤਾ ਦੇ ਨਾਲ ਕਰੀਦਾ ਹੈ, ਆਪਣੇ ਪਿਆਰੇ ਨਾਲ ਕਰੀਦਾ ਹੈ। ਰੰਗ ਵੀ ਪ੍ਰੇਮ ਨੂੰ ਕਿਹਾ ਹੈ, ਆਨੰਦ ਨੂੰ ਕਿਹਾ ਹੈ। ਨਵੇਲਾ ਦਾ ਮਤਲਬ ਹੈ ਨਵਲ, ਨਵਾਂ, ਜਵਾਨ, ਯੁਵਾ। ਕਹਿੰਦੇ ਹੁਣ ਪਰਮਾਤਮਾ ਅੱਗੇ ਬੇਨਤੀ ਕਰ, ਪਰਮੇਸ਼ਵਰ ਅੱਗੇ ਤਰਲਾ ਲੈ। ਤਰਲਾ ਕੀ ਲੈਣਾ ਹੈ? ਇਹ ਪਰਮਾਤਮਾ ਜਵਾਨੀ ਅਜਾਈ ਚਲੀ ਗਈ, ਹੁਣ ਧਿਆਨ ਨਹੀਂ ਜੁੜਦਾ ਤੇਰੇ ਚਰਨਾਂ ਵਿੱਚ, ਇਹ ਜੀਵਨ ਵਿਅਰਥ ਜਾ ਰਿਹਾ ਹੈ। ਜ਼ਰੇ ਵਿੱਚ, ਬੁਢੇਪੇ ਵਿੱਚ ਰੋਗ ਬੜਾ ਸਤਾਉਂਦੇ ਨੇ, ਸੋਗ ਬੜਾ ਸਤਾਉਂਦੇ ਨੇ, ਡਿਪਰੈਸ਼ਨ ਬੜਾ ਸਤਾਉਂਦਾ ਹੈ। ਤੂੰ ਕਿਰਪਾ ਕਰ ਇਹ ਰੋਗ ਸੋਗ ਮਿਟਾ,
तेरे चरनां विच ध्यान जुड़ जावे, क्योंकि जिहड़ा तेरे नाल जुड़दा है उहदे जीवन विच नवेला रंग आ जांदा है। वो भाव सदा ही जवान है, सदा ही आनंद विच है, उहनूं रोग सोग जिहड़े ने दुखी नहीं कर सकदे। सो ऐसी कहंदे बेनती उहदे अगे कर भी तेरे नाम दा रंग चढ़िया रवे। बाणी कहंदी है चेत राम नाही जमपुर जाहेगा, जन विचरै अनुरागा। परमात्मा नूं याद कर, नहीं तो बुढ़ेपे तो बाद जमां दी पूरी जावेंगा। ओदे गीत गा, क्यों अमोड़ जिहा दौड़िया फिरदा है, क्यों मोड़ा नहीं पै रहा, संसार तो निरंकार वाल नूं क्यों नहीं मुड़दा तू कहंदे, ये नरकां वाल जाण दी क्यों तैयारी करदा पिया है। चंगे कदम पुट रब दे गीत गा, तैनूं निजात हासिल हो जावे। वाई आर यू वैंडरिंग अराउंड, एवें इधर उधर दौड़िया समा व्यर्थ गवाउंदा पिया है। बाणी कहंदी है हब कुड़ावे कम, एक ससाई बाहरे, नानक सेई धन, जिन्ना पिरहड़ी सच स्यों। जीवन काल विच जिन्ने भी कर्म करते हैं, माया विच इधर उधर दौड़े फिरते हैं, महाराज कहंदे ने ये सब कर्म झूठे ने। एक परमात्मा नाल प्रीति जिहड़ी है ना, उही जीवन नूं सफलियां करेगी। और धनता दे जोग ने जिहड़े निरंकार नाल प्रीति पाउंदे ने, जिहड़े संसार तो उपराम हो गए। कहंदे हर इक्स छेती पिरहड़ी, हर इक्को मेरा चित, जन नानक एक आधार, हर प्रभ इक स्ते गत पत। जिहड़े एक परमात्मा नाल प्रेम पाउंदे ने, कहंदे उन्हां नूं ही गत प्राप्त हुंदी है, मुक्ति प्राप्त हुंदी है। सच नवेलड़िए जोबन बाली राम, आओ ना जाओ कही अपने सह नाली राम। जिहड़ा परमात्मा दे गीत गावेगा वो सदा ही जोबन विच है, उहदा आवागमन मिट जाता है। वो जरे तो बाद लोकाई वांगू नहीं मिटदा, उहदा शरीर मिटदा है, उहदा नाम सदा अमर हो जाता है। जिहड़े रब दे गीत गाउंदे ने उन्हां दी जय जयकार हुंदी है। भाई साहब भाई नंद लाल ने फारसी विच पर्शियन विच गज़ल लिखी है, कहंदे जिंदा है मानी दाए माँ ऐ नेक खूं, बिशनई घर जमजम है अज तारे इश्क। कहंदे जिंदा रहना चाहना है, नवीन रहना चाहना है, नवेकला रंग चाहना है, तो अगों जग्यासू कहेगा ना जी बिल्कुल चाहता हाँ दुनिया ते नाम रवे, केड़ा नहीं चाहता। जो कुछ भी तुसी करते हो बल्ले बल्ले खट्टन लई ते करते हैं। भाई नंद लाल कहंदे ने बिशनवी तू सुन लै जमजमै राग नूं किहा है, इश्क प्रेम नूं किहा है, तार साज नूं किहा है। कहंदे अपने मुरशद अपने गुरु पीर दे जिहड़े बोल ने, जिहड़े बचन ने, वो कन्नां विच टकाउणे कर, वो बचन सुनने कर। अगर तू प्रभु दे गुरु दे इश्क विच बज जावें, प्रभु नाल गुरु नाल प्रेम पा लवें, गुरु पातशाह अमर ने, नाम है सदीवी दुनिया का उन्हां ते। जिहड़ा उन्हां दे गीत गाउंदा है वो भी अमरा पद पा जांदा है। सो फरीद जी कहंदे ने परमात्मा दे गीत गाओ, अरदास करया करो भी जवानी विच नहीं तेरे गीत गा सके, आदतां बड़ियां विगड़ियां होईयां ने, तू ही किरपा कर तेरे चरनां नाल जुड़िए, ये जीवन सफला हो जावे। गुरु अमरदास पातशाह नूं सिखां ने सवाल किया, महाराज बाबा फरीद जी ने यह बचन किया है, जिहड़ा जवानी विच ना जुड़िया वो बुढ़ेपे विच किवें जुड़ेगा, की बुढ़ेपे विच जुड़िया जा सकता है?
ਮਹਾਰਾਜ ਕਹਿੰਦੇ ਦੇਖੋ ਜਿਹੜਾ ਸ਼ਲੋਕ ਹੈ ਉਹਦੀ ਅਖੀਰਲੀ ਪੰਕਤੀ ਇਹੀ ਕਹਿ ਰਹੀ ਹੈ ਵੀ ਜੋਦੜੀ ਕਰੋ ਪਰਮਾਤਮਾ ਅੱਗੇ, ਉਹ ਸੁਣ ਲਵੇ ਤੇ ਜੁੜਿਆ ਜਾ ਸਕਦਾ ਹੈ। ਬਾਬਾ ਫਰੀਦ ਜੀ ਦੇ ਨਾਮ ਤੇ ਅਗਲਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ। ਫਰਮਾਉਂਦੇ ਨੇ ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚਾਹੇ ਦਾੜਾ ਕਾਲਾ ਹੈ ਜਾਂ ਚਿੱਟਾ ਹੈ ਜਾਂ ਧੌਲੇ ਆਏ ਹੋਏ ਨੇ, ਪਰਮਾਤਮਾ ਜਿਹੜਾ ਹੈ ਨਾ ਉਹ ਸਦਾ ਮੌਜੂਦ ਹੈ, ਉਹ ਸਾਡੇ ਅੰਦਰ ਹੈ। ਉਹਨੂੰ ਪ੍ਰਗਟ ਅਸੀਂ ਕਰ ਸਕਦੇ ਹਾਂ ਅਗਰ ਸਾਡੇ ਚਿੱਤ ਦੇ ਵਿੱਚ ਉਹਦੀ ਯਾਦ ਟਿਕ ਜਾਵੇ। ਅਗਰ ਉਸ ਨੂੰ ਅਸੀਂ ਯਾਦ ਰੱਖੀਏ, ਸੀਨੇ ਨਾਲ ਲਾ ਕੇ ਰੱਖੀਏ, ਤੇ ਮਹਾਰਾਜ ਕਹਿੰਦੇ ਨੇ ਜਵਾਨੀ ਹੋਵੇ ਜਾਂ ਬੁਢੇਪਾ ਉਹ ਮਿਲ ਸਕਦਾ ਹੈ, ਉਹਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਪਰ ਸਿਮਰਨ ਪ੍ਰੇਮ ਨਾਲ ਕਰਨਾ ਹੈ, ਚਿੱਤ ਲਾ ਕੇ ਕਰਨਾ ਹੈ, ਸੰਸਾਰ ਵੱਲੋਂ ਬਿਰਤੀ ਤੋੜ ਕੇ ਉਹਦੇ ਚਰਨਾਂ ਵਿੱਚ ਨਿਰੰਕਾਰ ਨਾਲ ਜੋੜਨੀ ਹੈ। ਫਿਰ ਚਾਹੇ ਦਾੜਾ ਕਾਲਾ ਹੋਇਆ, ਸਿਆਹ ਹੋਇਆ, ਤੇ ਚਾਹੇ ਧੌਲਾ ਚਿੱਟਾ ਹੋਇਆ, ਧਵਲ ਹੋਇਆ, ਉਹ ਪ੍ਰਾਪਤ ਹੋ ਜਾਵੇਗਾ। ਕੌਣ? ਸਾਹਿਬ ਅਰਬੀ ਦਾ ਲਫ਼ਜ਼ ਹੈ, ਸਵਾਮੀ, ਮਾਲਕ, ਪਰਮੇਸ਼ਵਰ। ਉਹ ਸਦਾ ਤੇਰੇ ਅੰਗ ਸੰਗ ਹੈ, ਉਹ ਹਮੇਸ਼ਾ ਤੇਰੇ ਅੰਗ ਸੰਗ ਹੈ। ਬਸ ਪ੍ਰਗਟ ਕਰਨਾ ਹੈ। ਧਰਤੀ ਦੇ ਥੱਲੇ ਜਲ ਹੈ, ਨਲਕਾ ਲਾਉਣਾ ਪੈਂਦਾ ਹੈ ਪ੍ਰਗਟ ਕਰਨ ਦੇ ਲਈ। ਚਿੰਤਨ ਕਰਿਆ ਕਰ, ਉਹਨੂੰ ਯਾਦ ਕਰਿਆ ਕਰ। ਬਾਣੀ ਚਾਹੁੰਦਾ ਨਾ, ਚੌਥਾ ਪਹਿਰ ਰੈਣ ਕੈ ਵਣਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਦਿ, ਕਰ ਸੇਵਹ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ, ਸਭ ਚੱਲੀ ਰਹਿਣ ਵਿਹਾਦੀ। ਹਰ ਸੇਵਹੋ ਖਿੰਨ ਖਿੰਨ ਢਿੱਲ ਮੂਲ ਨਾ ਕਰਿਓ, ਜਿਤ ਅਸਥਿਰ ਜੁਗ ਜੁਗ ਹੋਵਹੋ, ਹਰ ਛੇਤੀ ਸਦਮਾਣੋ ਰਲੀਆਂ, ਜਨਮ ਮਰਨ ਦੁੱਖ ਖੋਵਹੋ। ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਇਹ ਚੌਥਾ ਪਹਿਰ ਆ ਗਿਆ, ਬੁਢੇਪਾ ਗਿਆ ਆ। ਦਿਲ ਨਾ ਛੱਡ, ਤੇਰੇ ਜਾਣ ਦਾ ਵੇਲਾ ਜ਼ਰੂਰ ਆਇਆ ਹੈ। ਸਰੀਰ ਜਾਵੇਗਾ, ਨਾਮ ਰਹਿ ਸਕਦਾ ਹੈ ਦੁਨੀਆ ਤੇ। ਹੁਣ ਜਿੰਨੇ ਸਾਹ ਬਚੇ ਨੇ ਨਾ, ਪਰਮਾਤਮਾ ਦੇ ਗੀਤ ਗਾਲਾ ਹੈ। ਜੀਵਨ ਦੀ ਰਾਤ ਲੰਘਦੀ ਜਾ ਰਹੀ ਹੈ। ਕਹਿੰਦੇ ਹੁਣ ਜਿੰਨੇ ਪਲ ਬਚੇ ਨੇ, ਢਿੱਲ ਨਾ ਕਰੀ, ਹਰ ਪਲ ਉਹਦੇ ਗੀਤ ਗਾ। ਜਿਹੜਾ ਉਹਦੇ ਗੀਤ ਗਾਉਂਦਾ ਹੈ ਨਾ, ਉਹ ਯੁੱਗਾਂ ਯੁੱਗਾਂ ਤਾਈਂ ਅਮਰ ਹੋ ਜਾਂਦਾ ਹੈ, ਅਸਥਿਰ ਰਹਿੰਦਾ ਹੈ, ਦੁਨੀਆ ਤੇ ਉਹਦਾ ਨਾਮਣਾ ਰਹਿ ਜਾਂਦਾ ਹੈ। ਹੀ ਬਿਕਮ ਇਟਰਨਲ ਥਰੂ ਆਊਟ ਦਾ ਏਜਿਸ। ਦੁਨੀਆ ਮਿਟ ਸਕਦੀ ਹੈ, ਉਹਦਾ ਨਾਮ ਨਹੀਂ ਮਿਟਦਾ। ਸੋ ਪਰਮਾਤਮਾ ਦੇ ਗੀਤ ਗਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚਹੁ, ਸਰਬ ਵੇਲਾ ਮੁਖ ਪਾਵਹੁ, ਜ਼ਰਾ ਮਰਾ ਤਾਪ ਸਭ ਨਾਠਾ, ਗੁਣ ਗੋਵਿੰਦ ਨਿਤ ਗਾਵੋ। ਤੇ ਜਿਹੜਾ ਪਰਮਾਤਮਾ ਦੇ ਗੀਤ ਗਾਵੇਗਾ, ਬੁਢੇਪੇ ਦੇ ਰੋਗ ਉਹਦੇ ਮਿਟ ਜਾਣਗੇ। ਮੌਤ ਦਾ ਭੈ ਉਸਨੂੰ ਨਹੀਂ ਰਵੇਗਾ, ਕਿਸੇ ਤਰ੍ਹਾਂ ਦਾ ਉਹਨੂੰ ਤਾਪ ਨਹੀਂ ਰਵੇਗਾ, ਉਹਦਾ ਤਪਣਾ ਮਿਟ ਜਾਵੇਗਾ। ਡਿਪਰੈਸ਼ਨ, ਚਿੰਤਾਵਾਂ ਉਹਦੀਆਂ ਮਿਟ ਜਾਣਗੀਆਂ। ਪਰਮਾਤਮਾ ਦੇ ਜਿਹੜਾ ਗੀਤ ਗਾਉਂਦਾ ਹੈ, ਗਾਉਣੇ ਕਿੱਦਾਂ ਨੇ? ਚਿੱਤ ਲਾ ਕੇ। ਫਿਰ ਬੁਢੇਪਾ ਵੀ ਸਫਲਾ ਹੋ ਸਕਦਾ ਹੈ। ਅੱਗੇ ਗੁਰੂ ਅਮਰਦਾਸ ਕਹਿੰਦੇ ਨੇ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ। ਪਿਰਮ ਪ੍ਰੇਮ ਨੂੰ ਕਿਹਾ ਜਾਂਦਾ ਹੈ। ਲੋਚ ਦਾ ਮਤਲਬ, ਲੋਚਣਾ ਕੀ ਹੁੰਦਾ ਹੈ? ਇੱਛਾ ਹੋਣੀ। ਕਹਿੰਦੇ ਜੇ ਕੋਈ ਦਾਵਾ ਕਰੇ ਨਾ ਵੀ ਮੈਂ ਜਵਾਨੀ ਅਜਾਈ ਗਵਾਉਣੀ ਹੈ, ਕਾਮ ਰਸ ਵਿੱਚ, ਬੁਢੇਪੇ ਵਿੱਚ ਰਾਮ ਰਸ ਚੱਖਾਂਗੇ, ਹੰਕਾਰ ਕਰੇ, ਇਸ ਗੱਲ ਦਾ ਦਾਵਾ ਕਰੇ ਵੀ ਮੈਂ ਪਰਮਾਤਮਾ ਨੂੰ ਪਾ ਸਕਦਾ ਹਾਂ, ਕਹਿੰਦੇ ਨਹੀਂ ਮਿਲੇਗਾ। ਜਿੱਥੇ ਦਾਵਾ ਹੈ, ਜਿੱਥੇ ਹੰਕਾਰ ਹੈ, ਉਸ ਮਨ ਦੇ ਭਾਂਡੇ ਵਿੱਚ ਰੱਬ ਨਹੀਂ ਜੇ ਟਿਕਦਾ।
ये परमात्मा आप ही किरपा करे, आप ही साडे ते मिहर करे, अपने प्रेम विच सानू ला लवे, फिर ही गल बनती है। हंकार साधना दा करना, कर्मां दा करना कहंदे नहीं मिलेगा इस तरह। हर वेखण कहो सब कोई लोचै, सो वेखै जिस आप विखालै, जिस नो नदर करे मेरा प्यारा, सो हर हर सदा संभाले। रब नूं सारे ही पाउणा चाहुंदे ने, वेखਣਾ चाहुंदे ने। गुरु ग्रंथ साहिब कहते दिसदा उन्हां नूं है जिन्हां नूं दर्शन देने चाहुंदा है। बंदे दी इच्छा ते नहीं टिकी गल, ये उहदी इच्छा है, वो दर्शन देवे जां ना देवे। कईयां दे रंचक मात्र साधन ही प्रवान कर लैंदा ते कईयां दे जन्म लंघ जांदे ने, नहीं दिदारे दिंदा। एवरीवन लॉन्ग्स टू सी द लॉर्ड, सारे ही रब दे दिदारे करना चाहुंदे ने। कहंदे उही वेख सकेगा जिन्हों परमात्मा आप दिदारे देने चाहुंदा है, उही उहदे नाम नूं संभाल सकेगा। अगे महाराज कहंदे ने, इहो पिरम प्याला खसम का, जय भावै तै दे। पिरम प्रेम नूं कहा है, प्याला परशियन दा, फारसी दा लफ्ज़ है। प्याले तो भाव है कटोरा, पात्र। खसम भी अरबी का लफ्ज़ है। स्वामी नूं कहंदे ने, आका नूं, मालक नूं कहंदे ने। भावे का मतलब है भा जाना, साहिब भावै सो प्रवान, सो सेवक दरगह पावै। मान कहंदे ये प्रेम का प्याला उन्हां नूं ही पीण नूं मिलिया है जिन्हां नूं परमात्मा बख्शिश कर दवे। परमात्मा का प्रेम उन्हां दे अंदर ही पैदा हुंदा है जिन्हां ते आप वो नदर कर दवे, जो उन्होंने भाउंदे ने ना, साधना करदे, कर्म चंगे करदे, ओदी नदर जेड़े चढ़ जांदे ने, ओदी रज़ा विच जेड़े चलदे ने, वो खेड़े विच आ जांदा, खुश हो जांदा, प्रेम का प्याला बख्श दिंदा है। ही gives it to whomever he likes, जिहड़ा उन्होंने भावेगा उहदे ते बख्शिश होवेगी। जिहड़ा उसनूं ना पाया, लोग उहदी जिन्नी मर्जी बल्ले बल्ले करी जाण, वो इउं नहीं रीझदा। सो महाराज कहंदे ने, बुढ़ेपे विच भी परमात्मा मिल सकदा है, जवानी विच भी मिल सकदा है, बचपन विच भी मिल सकदा है। बाबे धरू नूं प्रहलाद नूं मिलिया है। पर कहंदे वो चाहे तो फिर ही वो दिदारे दिंदा है, उत्थे जोर नहीं चलता। और दूसरा हिरदे रूपी भांडे च प्रेम चाहिदा है, हंकार नहीं। जिथे हंकार है उत्थे प्रगट नहीं हुंदा। ते जिन्हां नूं प्राप्त हो जाता है, जिहड़े उसनूं भा जांदे ने, उहदे दर ते प्रवान हुंदे ने, वो दरगाह विच मान हासिल करदे ने, बुढ़ेपा भी उन्हां दा सफला हो जाता है। फरीद जी महाराज अगले श्लोक विच हुक्म करदे ने, फरीदा जिन लोयण जग मोहिया, से लोयण मैं डिठ। महाराज फरीद जी ना लंघ रहे सन ते की वेंदे ने, वेसवा अपने कोठे दे सामने अपनी दासी नूं झिड़कां दे रही है। ते झिड़कां इस करके दे रही सी भी उन्हें हुक्म कीता सी गोली नूं भी ये सुरमा चंगी तरह पी के मैनूं दे दिओ। उन्होंने पीसना कीता, वो चंगी तरह बरीक ना होया। ते वेसवा ने सुरमे दी धारी जदों अखां विच पाई ना, वो रड़किया। जदों दर्द होया
ਤੇ ਦਾਸੀ ਨੂੰ ਉਹਨੇ ਗਾਲੀ ਗਲੋਚ ਕੀਤਾ, ਅਹੰਕਾਰ ਵਿੱਚ ਮੰਦੇ ਬੋਲ ਬੋਲੇ। ਫਰੀਦ ਜੀ ਮਹਾਰਾਜ ਕਹਿੰਦੇ ਨੇ, ਮੈਂ ਇਹ ਅੱਖਾਂ ਵੇਖੀਆਂ ਨੇ। ਲੋਇਣ ਲੋਚਨਾ ਨੂੰ ਕਹਿੰਦੇ ਨੇ, ਨੇਤਰ ਨੂੰ ਕਹਿੰਦੇ ਨੇ। ਸੰਸਕ੍ਰਿਤ ਵਿੱਚ ਲੋਚਨ ਹੈ, ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਇਹ ਲੋਇਣ ਬਣ ਜਾਂਦਾ ਹੈ। ਪੰਜਾਬੀ ਵਿੱਚ ਆਪਾਂ ਲੋਇਣ ਕਹਿ ਦਿੰਦੇ ਹਾਂ। ਸੋ ਇਹ ਜਿਹੜਾ ਜੱਗ ਹੈ ਨਾ, ਜੱਗ ਤੋਂ ਭਾਵ ਹੈ ਇਹ ਸੰਸਾਰ, ਇਹ ਦੁਨੀਆ, ਜਨ ਸਮੁਦਾਇ, ਇਹ ਸਮੁੱਚੀ ਲੋਕਾਈ। ਮੋਹਿਆ ਦਾ ਮਤਲਬ ਹੈ ਮੋਹ ਲਿਆ, ਵਸ ਕਰ ਲਿਆ, ਆਪਣਾ ਗੁਲਾਮ ਬਣਾ ਲਿਆ। ਡਿੱਠ ਦਾ ਮਤਲਬ ਕਹਿੰਦੇ ਮੈਂ ਐਸੀਆਂ ਸੁੰਦਰ ਅੱਖਾਂ ਦੇਖੀਆਂ ਨੇ। ਇਹਨਾਂ ਸੁੰਦਰ ਅੱਖੀਆਂ ਦੇ ਜਿਹੜੇ ਵਾਰਸ ਨੇ ਨਾ, ਉਹਨਾਂ ਨੂੰ ਬੜਾ ਮਾਣ ਹੁੰਦਾ ਹੈ। ਇਹ ਸੁੰਦਰ ਅੱਖੀਆਂ ਕਈਆਂ ਨੂੰ ਵਸ ਵਿੱਚ ਕਰਕੇ ਰੱਖਦੀਆਂ ਨੇ, ਜੱਗ ਨੂੰ ਮੋਹ ਕੇ ਰੱਖਦੀਆਂ ਨੇ। ਬੜੇ ਦੁਨੀਆ ਦੇ ਉੱਤੇ ਕਵੀ ਉਦਾਹਰਨਾਂ ਦਿੰਦੇ ਨੇ ਵੀ ਇਹ ਇਸਤਰੀ ਦੇ ਜਿਹੜੇ ਨੇਤਰ ਨੇ ਕੌਲ ਫੁੱਲ ਵਰਗੇ ਨੇ, ਹਿਰਨੀ ਵਰਗੇ ਚੰਚਲ ਨੇ, ਇਹਨਾਂ 'ਚ ਨਸ਼ਾ ਬੜਾ। ਇਹ ਕਹਿੰਦੇ ਵੇਖੀਆਂ ਨੇ ਅੱਖਾਂ ਮੈਂ। ਲੋਕਾਈ ਨੂੰ ਬੜਾ ਠੱਗਿਆ ਇਹਨਾਂ ਅੱਖੀਆਂ ਨੇ, ਤੇ ਉਹ ਠੱਗਣ ਵਾਲੇ ਜਿਹੜੇ ਨੇ ਨਾ, ਉਹਨਾਂ ਨੂੰ ਮਾਣ ਵੀ ਬੜਾ ਹੈ ਵੀ ਸਾਡੇ ਨੇਤਰ ਬੜੇ ਸੁੰਦਰ ਨੇ, ਅੱਖਾਂ ਬੜੀਆਂ ਸੁੰਦਰ ਨੇ। ਫਰੀਦ ਜੀ ਮਹਾਰਾਜ ਇੱਥੇ ਸੁਹੱਪਣ ਦੇ ਸਰੀਰ ਦੇ ਇੰਦਰੀਆਂ ਦੇ ਉੱਤੇ ਮਾਣ ਕਰਨ ਵਾਲਿਆਂ ਦੀ ਗੱਲ ਕਰਦੇ ਨੇ। ਕਹਿੰਦੇ ਕੱਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੂਏ ਬੈਠੋ। ਮਹਾਰਾਜ ਕਹਿੰਦੇ ਨੇ, ਜਦੋਂ ਇਹਨਾਂ ਸੁੰਦਰ ਅੱਖੀਆਂ ਵਿੱਚ ਕਿਤੇ ਸੁਰਮਾ ਪੈਂਦਾ ਸੀ ਨਾ, ਉਹ ਰੰਚਕ ਮਾਤਰ ਕਿਤੇ ਸੁਰਮੇ ਦੇ ਵਿੱਚ ਕੋਈ ਕਮੀ ਹੁੰਦੀ ਸੀ, ਉਹ ਚੰਗੀ ਤਰ੍ਹਾਂ ਪੀਸਿਆ ਨਹੀਂ ਸੀ ਹੁੰਦਾ, ਤੇ ਇਹਨਾਂ ਅੱਖਾਂ ਦੇ ਵਿੱਚ ਰੜਕ ਪੈਂਦੀ ਸੀ, ਅੱਖੀਆਂ ਨੂੰ ਦਰਦ ਹੁੰਦਾ ਸੀ। ਤੇ ਇਹ ਸੁਰਮਾ ਪੀਸਣ ਵਾਲਿਆਂ ਨੂੰ ਗਾਲੀ ਗਲੋਚ ਕਰ ਦਿੰਦੀਆਂ ਸੀ ਇਸਤਰੀਆਂ, ਜਿਹੜੇ ਏਡੇ ਸੁੰਦਰ ਨੇਤਰ ਸਨ, ਜਿਨ੍ਹਾਂ ਕੋਲੋਂ ਕੱਜਲ ਦੀ, ਸੁਰਮੇ ਦੀ ਧਾਰ ਨਹੀਂ ਸੀ ਸਹਾਰੀ ਜਾਂਦੀ। ਸੁਰਮਾ ਫਾਰਸੀ 'ਚ ਕਹਿ ਦਿੰਦੇ ਨੇ ਇੱਕ ਉਪਧਾਤ ਹੁੰਦੀ ਹੈ ਜਿਹਨੂੰ ਪੀ ਕੇ ਇਹ ਸੁਰਮਾ ਬਣਾਇਆ ਜਾਂਦਾ ਹੈ। ਇੱਥੇ ਸੁਰਮਾ ਲਫ਼ਜ਼ ਸੰਸਕ੍ਰਿਤ ਦਾ ਹੈ, ਕਾਜਲ ਵੀ ਕਹਿ ਦਿੰਦੇ ਨੇ ਸੰਸਕ੍ਰਿਤ ਵਿੱਚ। ਕਹਿੰਦੇ ਇੱਕ ਰੇਖ, ਇੱਕ ਲਕੀਰ, ਸੁਰਮੇ ਦੀ ਜਿਹੜੀ ਅੱਖ ਨਹੀਂ ਸੀ ਨਾ ਸਹਾਰਦੀ, ਜਿਹਨੂੰ ਦਰਦ ਹੁੰਦਾ ਸੀ। ਕਹਿੰਦੇ ਸਮਾਂ ਆਇਆ, ਮੌਤ ਚੜ੍ਹ ਕੇ ਆ ਗਈ। ਪੰਛੀ ਨੂੰ ਕਿਹਾ ਹੈ, ਜਿਹੜਾ ਪਰਿੰਦਾ ਹੈ, ਪਰਾਂ ਦੇ ਸਹਿਤ ਹੈ। ਸੂਏ ਦਾ ਭਾਵ ਕੀ ਹੈ? ਸੂ ਹੁੰਦਾ ਹੈ ਜੰਮਣਾ, ਸੂਣਾ। ਸੂਏ ਜੋ ਜੰਮ ਪਏ ਨੇ, ਪੰਛੀਆਂ ਦੇ ਬੱਚੇ। ਬੈਠ ਦਾ ਮਤਲਬ ਬੈਠੇ ਹੋਏ ਨੇ। ਫਰੀਦ ਜੀ ਕਹਿੰਦੇ ਨੇ ਮੌਤ ਗਈ ਆ, ਉਹ ਜਿਹੜਾ ਸੁੰਦਰ ਸਰੀਰ ਸੀ ਉਹ ਹੋ ਗਿਆ ਮਿੱਟੀ। ਹੁਣ ਢਾਂਚਾ ਰਹਿ ਗਿਆ ਹੱਡੀਆਂ ਦਾ, ਜਿਹੜੀਆਂ ਅੱਖਾਂ ਰੰਚਕ ਮਾਤਰ ਸੁਰਮਾ ਨਹੀਂ ਸੀ ਸਹਾਰਦੀਆਂ, ਰੜਕ ਪੈਂਦੀ ਸੀ। ਜੇ ਸੁਰਮਾ ਠੀਕ ਤਰ੍ਹਾਂ ਪੀਸਿਆ ਨਹੀਂ ਸੀ ਹੁੰਦਾ, ਅੱਜ ਇਹਨਾਂ ਪਿੰਜਰਾਂ ਦੇ ਅੰਦਰ, ਇਸ ਹੱਡੀਆਂ ਦੇ ਢਾਂਚੇ ਦੇ ਅੰਦਰ ਪੰਛੀਆਂ ਦੇ ਆਲਣੇ ਬਣ ਗਏ ਨੇ, ਆਂਡੇ ਦਿੱਤੇ ਹੋਏ ਨੇ ਪੰਛੀਆਂ ਨੇ। ਛੋਟੇ ਛੋਟੇ ਸੂਏ ਬੱਚੇ ਉਹਨਾਂ ਦੇ ਵਿੱਚ ਖੇਡ ਰਹੇ ਨੇ, ਚੁੰਝਾਂ ਮਾਣ ਰਹੇ ਨੇ। ਹੁਣ ਕੀ ਕਰ ਸਕਦਾ ਹੈ ਤੂੰ? ਭਾਵ ਮਾਣ ਕਾਹਦਾ ਹੈ? ਸਰੀਰ ਦਾ। ਇਹ ਮਿੱਟੀ ਹੈ, ਇਹਨੇ ਮਿੱਟੀ ਦੇ ਵਿੱਚ ਮਹਾਰਾਜ ਫਰੀਦ ਜੀ ਕਹਿੰਦੇ ਨੇ ਮਿਲ ਜਾਣਾ ਹੈ। once they could not endure even a bit of mascara, ਰੰਚਕ ਮਾਤਰ ਸੁਰਮਾ ਨਹੀਂ ਸੀ ਸਹਾਰਦੇ ਜਿਹੜੇ ਨੇਤਰ। now the birds hatch their young
ਵਨਸ ਇਨ ਦੈਮ, ਆਂਡੇ ਦਿੱਤੇ ਹੋਏ ਨੇ ਪੰਛੀਆਂ ਨੇ। ਬੰਦੇ ਦੀ ਹਸਤੀ ਇੰਨੀ ਕੀ ਹੈ, ਕਹਿੰਦੇ ਸੁਹੱਪਣਤਾ ਦਾ, ਸੁੰਦਰਤਾ ਦਾ ਮਾਣ ਕਾਹਦਾ ਕਰਦਾ ਹੈ, ਰੂਪ ਰੰਗ ਦਾ ਮਾਣ ਕਾਹਦਾ ਕਰਦਾ ਹੈ। ਇੱਕ ਸ਼ਾਇਰ ਮੀਰ ਅਨੀਸ, ਉਹਦੇ ਬੋਲ ਨੇ, ਕਹਿੰਦਾ ਇਤਨਾ ਨਾ ਗਰੂਰ ਕਰ ਕਿ ਮਰਨਾ ਹੈ ਤੁਝੇ, ਆਰਾਮ ਅਭੀ ਕਬਰ ਮੇਂ ਕਰਨਾ ਹੈ ਤੁਝੇ। ਕਿਉਂ ਇੰਨਾ ਗੁਮਾਨ ਕਰਦਾ ਹੈ, ਮਾੜੀ ਜੀ ਮਿੱਟੀ ਪੈ ਜਾਵੇ ਤੇ ਰੁਮਾਲ ਲੱਭਦਾ ਫਿਰਦਾ ਵੀ ਝਾੜ ਲਵਾਂ। ਕਹਿੰਦੇ ਇਹਨੇ ਸਿਰ ਵਿੱਚ ਪੈਣਾ ਹੀ, ਥੋੜ੍ਹਾ ਸਮਾਂ ਉਡੀਕ ਲਾ, ਉਦੋਂ ਕੌਣ ਝਾੜੇਗਾ ਮਿੱਟੀ ਨੂੰ। ਸੋ ਇਹ ਮਿੱਟੀ ਦਾ ਵਾਧੂ ਦਾ ਮਾਣ ਹੈ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਬੰਕੇ ਭਾਲ ਪਾਗ ਸਿਰ ਡੇਰੀ, ਇਹੋ ਤਨ ਹੋਏਗੋ ਭਸਮ ਕੀ ਢੇਰੀ। ਵਾਲਾਂ ਨੂੰ ਬੜਾ ਸ਼ਿੰਗਾਰਦੇ ਨੇ ਲੋਕ, ਬੀਬੀਆਂ ਵਾਲਾਂ ਨੂੰ ਸ਼ਿੰਗਾਰ ਲਾਉਂਦੀਆਂ ਨੇ, ਹਾਰ ਪਾਉਂਦੀਆਂ ਨੇ, ਤੇਲ ਲਾਉਂਦੀਆਂ ਨੇ। ਤੇ ਭਗਤ ਜਨ ਕਹਿੰਦੇ ਜਿਹੜੇ ਮਰਦ ਨੇ ਕੇਸ ਵਾਹ ਕੇ ਟੇਢੀ ਜੀ ਪੱਗ ਬੰਨ੍ਹਦੇ ਨੇ, ਸ਼ੌਕੀਨ ਨੇ ਪੱਗਾਂ ਬੰਨ੍ਹਣ ਦੇ। ਆ ਪੱਗ ਤੋਂ ਮੈਨੂੰ ਖਿਆਲ ਆ ਗਿਆ ਵੀ ਇਹ ਜਿਹੜੇ ਸਤਿਪੁਰਸ਼ਾਂ ਦੇ ਬੋਲ ਨੇ ਨਾ, ਇਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਨੇ। ਤੇ ਫਿਰ ਮਰਦਾਂ ਦਾ ਇਹ ਤਾਜ ਹੈ ਪੱਗ, ਇਹ ਰਿਵਾਜ ਸੀ ਭਾਰਤ ਵਰਸ਼ ਅੰਦਰ, ਲੋਕ ਪਗੜੀ ਬੰਨ੍ਹਦੇ ਸਨ। ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਕੇਸ ਕਟਵਾ ਦਿੰਦੇ ਹਾਂ, ਅਸੀਂ ਇਹ ਕਲਸ ਉਡਾ ਦਿੰਦੇ ਹਾਂ। ਤੁਹਾਡੇ ਘਰ ਦੀ ਛਾਤੀ ਉੱਡ ਜਾਵੇ ਤੇ ਘਰ ਦੇ ਪੱਲੇ ਕੀ ਰਹਿੰਦਾ ਹੈ, ਬੂਹੇ ਬਾਰੀਆਂ ਹੀ ਤੁਹਾਡੇ ਘਰ ਦੇ ਟੁੱਟ ਜਾਣ ਤੇ ਘਰ ਦੇ ਪੱਲੇ ਕੀ ਰਹਿੰਦਾ ਹੈ। ਇਹ ਭਰਵੱਟੇ, ਇਹ ਦਾੜਾ, ਇਹ ਕੇਸ, ਇਹ ਪਾਕ ਜਿਹੜੇ ਰੋਮ ਨੇ, ਇਸ ਸਰੀਰ ਰੂਪੀ ਮਹੱਲ ਦੀ ਸ਼ਾਨ ਨੇ, ਕੁਝ ਕਲਸ ਦੇ ਰੂਪ ਵਿੱਚ ਨੇ। ਇਹ ਜੂੜਾ, ਇਹ ਭਰਵੱਟੇ ਬਾਰੀਆਂ ਦੀ ਨਿਆਈ ਨੇ, ਇਹ ਦਾੜਾ ਇੱਕ ਦਰਵਾਜ਼ੇ ਦੀ ਨਿਆਈ ਹੈ। ਤੇ ਤੂੰ ਤੋੜ ਮਰੋੜ ਦਿੰਨਾ ਹੈ, ਪਰਮਾਤਮਾ ਦੀ ਕੀਤੀ ਹੋਈ ਅਗੰਮੀ ਰਚਨਾ ਵਿੱਚ ਦਖਲ ਦਿੰਨਾ ਹੈ। ਰੱਬ ਕਿਵੇਂ ਮਨਜ਼ੂਰ ਕਰੇਗਾ? ਕਿਸੇ ਕਾਰੀਗਰ ਦੇ ਬਣਾਏ ਮਹੱਲ ਨੂੰ ਤੂੰ ਤੋੜ ਮਰੋੜ ਦਵੇਂ, ਉਹ ਕਾਰੀਗਰ ਖੁਸ਼ ਨਹੀਂ ਹੁੰਦਾ। ਇਹਦੇ ਇੱਦਾਂ ਹੈ ਵੀ ਰੱਬ ਨੂੰ ਤੂੰ ਮੱਤ ਦਿੰਨਾ ਵੀ ਮਹਾਰਾਜ ਬੰਦਾ ਇੱਦਾਂ ਦਾ ਨਹੀਂ ਸੀ ਚਾਹੀਦਾ, ਤੁਹਾਡੇ ਨੂੰ ਵਧੀਆ ਬੰਦਾ ਤੇ ਆ ਨਾਈ ਬਣਾ ਦਿੰਦੇ ਨੇ, ਉੱਥੇ ਚੱਲਿਆ ਮੈਂ। ਇਸਤਰੀ ਇੱਦਾਂ ਦੀ ਨਹੀਂ ਸੀ ਚਾਹੀਦੀ, ਪਟੇ ਬਣਾਉਣੇ ਪੈਣੇ ਨੇ। ਬਿਊਟੀ ਪਾਰਲਰ ਵਾਲੀ ਜਿਹੜੀ ਹੈ ਨਾ, ਉਹ ਬੀਬੀ ਮਹਾਰਾਜ ਤੁਹਾਡੇ ਨੂੰ ਸਿਆਣੀ, ਉਹਨੂੰ ਪਤਾ ਵੀ ਔਰਤ ਇੱਦਾਂ ਦੀ ਚਾਹੀਦੀ ਹੈ। ਪਰਮਾਤਮਾ ਦੀ ਇਸ ਮਹਾਨ ਰਚਨਾ ਨੂੰ, ਮਨੁੱਖੇ ਜਾਮੇ ਨੂੰ ਤੂੰ ਆਪਣੇ ਅਨੁਸਾਰ ਢਾਲਣਾ ਚਾਹੁੰਦਾ ਹੈ। ਇਉਂ ਮਹਿਸੂਸ ਕਰਾਉਣਾ ਹੈ ਵੀ ਰੱਬ ਨੂੰ ਬੰਦਾ ਨਹੀਂ ਬਣਾਉਣਾ ਆਇਆ, ਤੂੰ ਸਿਆਣਾ ਜੰਮ ਪਿਆ ਹੈ, ਵੱਡਾ ਡਿਜ਼ਾਈਨਰ ਜੰਮ ਪਿਆ ਹੈ ਉਹਦੇ ਨਾਲੋਂ। ਦੇਖ ਔਕਾਦ ਕੀ ਹੈ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਪਿਤਾ ਦੇ ਪਲੀਤ ਕਤਰੇ ਤੋਂ, ਮਾਤਾ ਦੀ ਰਗਤ ਬਿੰਦ ਤੋਂ, ਮੈਲੇ ਦੇ ਸਰੀਰ ਦੇ ਉੱਤੇ ਆ ਸੁੰਦਰ ਚੰਮ ਲਾਇਆ ਹੈ ਰੱਬ ਨੇ। ਐਸਾ ਕਾਰੀਗਰ ਹੈ ਉਹ। ਮਾੜਾ ਜਿਹਾ ਚੰਮ ਲਾ ਦਵੇ ਨਾ ਤੇਰੇ ਤੋਂ ਕੋਈ, ਤੇ ਤੇਰੇ ਵੱਲ ਵੇਖਣ ਨੂੰ ਚਿੱਤ ਨਹੀਂ ਕਰਦਾ, ਐਡਾ ਮਲੀਨ ਹੈ ਤੂੰ ਥੱਲਿਓਂ। ਐਡੀ ਸੁੰਦਰਤਾ ਉਹਨੇ ਬਖਸ਼ੀ ਹੈ ਤੈਨੂੰ, ਫਿਰ ਟਿਕਾ ਨਹੀਂ ਆਉਂਦਾ, ਫਿਰ ਉਸ ਤਰ੍ਹਾਂ ਜੇ ਚਲਾਉਂਦਾ ਹੈ, ਫਿਰ ਬਲੇਡ ਚਲਾਉਂਦਾ ਫਿਰਦਾ ਹੈ। ਹੁਣ ਭਗਤ ਜਨ ਕਹਿੰਦੇ ਨੇ ਇਹ ਰਿਵਾਜ ਸੀ, ਇਹ ਮਰਿਆਦਾ ਸੀ, ਕੇਸਾਂ ਨੂੰ ਸ਼ਿੰਗਾਰ ਕੇ ਪਗੜੀ ਬੰਨੀ ਜਾਂਦੀ ਸੀ। ਇਹ ਤੇ ਮੁਗਲ ਆ ਗਏ, ਪਠਾਨ ਆ ਗਏ, ਕੋਈ ਅਫਗਾਨਿਸਤਾਨ ਤੋਂ ਆਇਆ, ਕੋਈ ਕਿਧਰੋਂ ਆਇਆ, ਇਹ ਇੱਥੋਂ ਦੇ ਵਸਨੀਕ ਨਹੀਂ ਸੀ। ਆ ਜਿੰਨੇ ਤੁਸੀਂ ਮੁਸਲਮਾਨ ਭਾਰਤ ਵਰਸ਼ ਵਿੱਚ ਵੇਖਦੇ ਹੋ, ਤੇ ਹਿੰਦੂ ਮੁਸਲਮਾਨ ਬਣਾਏ ਗਏ ਨੇ ਧੱਕੋ ਜ਼ੋਰੀ। ਉਹ ਜਦੋਂ ਇਹ ਪਠਾਨ ਤੇ ਮੁਗਲ ਲੋਕ ਬਾਹਰੋਂ ਆਏ ਨੇ, ਮਹਿਮੂਦ ਗਜ਼ਨਵੀ ਵਰਗੇ, ਬਾਬਰ ਵਰਗੇ, ਜਾਬਰ ਬਾਹਰੋਂ ਆਏ ਨੇ, ਇਹਨਾਂ ਤੁਹਾਨੂੰ ਗੁਲਾਮ ਬਣਾਇਆ ਹੈ, ਤੁਹਾਨੂੰ ਸਜ਼ਾ ਦਿੱਤੀ ਸੀ ਇਹਨਾਂ ਦੇ ਕੇਸ ਕੱਟ ਦਿਓ। ਇਹ ਗੁਲਾਮ ਲੋਕ ਨੇ, ਇਹਨਾਂ ਨੂੰ ਟੋਪੀ ਪਹਿਨਾ ਦਿਓ, ਇਹਨਾਂ ਦੀਆਂ ਪਗੜੀਆਂ ਲਾ ਦਿਓ। ਤੇ ਤੁਸੀਂ ਰਿਵਾਜ ਬਣਾ ਲਿਆ ਕੇਸ ਕਟਾਉਣ ਦਾ, ਤੁਸੀਂ ਫੈਸ਼ਨ ਬਣਾ ਲਿਆ ਕੇਸ ਕਟਾਉਣ ਦਾ। ਸਭ ਤੋਂ ਵੱਡੀ ਸਜ਼ਾ ਭਾਰਤ ਵਰਸ਼ ਅੰਦਰ ਮੁਗਲ ਇਹੀ ਦਿੰਦੇ ਸਨ ਹਿੰਦੂਆਂ ਨੂੰ, ਸਿੱਖਾਂ ਨੂੰ, ਵੀ ਇਹਨਾਂ ਦੇ ਕੇਸ ਕੱਟ ਦਿਓ। ਤੂੰ ਕਿਉਂ ਭੁੱਲ ਜਾਣਾ ਹੈ? ਹਜੇ
ਕੁਝ ਸਮਾਂ ਹੀ ਤੇ ਹੋਇਆ ਆਪਾਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਆ। ਕਿੰਨੀ ਗਿਣਤੀ ਹੈ, ਬਹੁ ਵਚਨ ਵਰਤਿਆ ਗਿਆ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਉਂ ਭੁੱਲ ਜਾਣਾ ਹੈ? 9-10 ਲੱਖ ਕੁਰਬਾਨੀ ਹੋਈ ਹੈ ਕੇਸਾਂ ਦੇ ਬਦਲੇ। ਇਹ ਮੁਗਲਿਆ ਸਲਤਨਤ ਨੇ ਆ ਕੇ ਸਾਨੂੰ ਸਜ਼ਾ ਦਿੱਤੀ ਸੀ, ਕੇਸ ਕੱਟ ਦਿਓ, ਅਸੀਂ ਰਿਵਾਜ ਬਣਾ ਕੇ ਬਹਿ ਗਏ। ਕਦੇ ਸ਼੍ਰੀ ਰਾਮ ਚੰਦਰ ਜੀ ਬਾਬਤ ਪੜ੍ਹ, ਸਨਾਤਨ ਮਤੀ ਹੈ ਤੂੰ, ਤੂੰ ਕ੍ਰਿਸ਼ਨ ਦਾ ਉਪਾਸ਼ਕ ਹੈ, ਸ਼੍ਰੀ ਕ੍ਰਿਸ਼ਨ ਬਾਰੇ ਪੜ੍ਹ। ਤੂੰ ਸਿੱਖ ਹੈ, ਗੁਰੂ ਨਾਨਕ ਸਾਹਿਬ ਦਾ ਉਪਾਸ਼ਕ ਹੈ, ਤੇਰੇ ਮੁਰਸ਼ਦ ਨੇ, ਕਦੇ ਉਹਨਾਂ ਦਾ ਜੀਵਨ ਪੜ੍ਹ। ਤੂੰ ਯਹੂਦੀ ਹੋ ਸਕਦਾ ਹੈ, ਤੂੰ ਮੁਸਲਮਾਨ ਹੋ ਸਕਦਾ ਹੈ, ਤੂੰ ਈਸਾਈ ਹੋ ਸਕਦਾ ਹੈ, ਕਦੇ ਮੁਹੰਮਦ ਜੀ ਨੂੰ, ਜੀਸਸ ਕ੍ਰਾਈਸਟ ਨੂੰ, ਪਰ ਕਦੇ ਵੀ ਕੇਸਾਂ ਦੀ ਬੇਅਦਬੀ ਕਿਸੇ ਰਹਿਬਰ ਨੇ ਨਹੀਂ ਕੀਤੀ, ਕਿਉਂਕਿ ਪਰਮਾਤਮਾ ਦੀ ਦਾਤ ਹੈ, ਪਰਮਾਤਮਾ ਦੀ ਰਚਨਾ ਦਾ ਇਹ ਇੱਕ ਅੰਸ਼ ਹੈ, ਤੇ ਪਰਮਾਤਮਾ ਦੀ ਕਾਰੀਗਰੀ ਦੇ ਅੰਦਰ ਤੂੰ ਦਖਲ ਦੇਵੇਂ, ਇਹ ਉਹਨੂੰ ਨਹੀਂ ਪਾਉਣਾ, ਇਹ ਉਸ ਨੂੰ ਕਦੇ ਵੀ ਨਹੀਂ ਪਾਵੇਗਾ। ਸੋ ਭਗਤ ਜਨ ਕਹਿੰਦੇ ਨੇ, ਪੱਗ ਬੰਨਿਆ ਕਰਦੇ ਸਨ ਲੋਕ। ਇਹ ਸਿੱਖ ਜਗਤ ਦੇ ਸਿੱਖੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਦਾ ਸ਼ਬਦ ਆਇਆ ਹੈ। ਕੀ ਕਹਿੰਦੇ ਨੇ? ਬੰਕੇ ਬਾਲ ਪਾਗ ਸਿਰ ਡੇਰੀ, ਟੇਢੀ ਜੀ ਪੱਗ ਬੰਨ ਲਈ, ਵਾਲ ਸਵਾਰ ਲਏ। ਇਹ ਰਿਵਾਜ ਰਿਹਾ ਹੈ। ਨਾਲੇ ਥੋੜਾ ਧਿਆਨ ਦਿਆ ਕਰ, ਪੂਰੇ ਕਾ ਕੀਆ ਸਭ ਕਿਛ ਪੂਰਾ, ਬਟ ਸੁਪਰੀਮ ਲਾਰਡ ਇਜ਼ ਆਲ ਪਾਵਰਫੁਲ। ਉਹ ਜੋ ਕਰਦਾ ਹੈ ਠੀਕ ਕਰਦਾ ਹੈ। ਉਹਨੇ ਜਿਸ ਤਰ੍ਹਾਂ ਦੀ ਰੂਪ ਰੇਖਾ ਮਰਦ ਨੂੰ ਦਿੱਤੀ ਉਹ ਠੀਕ ਹੈ, ਔਰਤ ਨੂੰ ਦਿੱਤੀ ਉਹ ਠੀਕ ਹੈ। ਅਧੂਰਾਪਨ ਹੈ ਹੀ ਨਹੀਂ ਜੋ ਤੂੰ ਇਹ ਕਰਮ ਕਰਦਾ ਹੈ, ਕੇਸ ਕਟਵਾਉਣਾ ਹੈ। ਸੋ ਮੈਂ ਬੇਨਤੀ ਕਰਦਾ ਹਾਂ, ਜਾਣੇ ਅਣਜਾਣੇ ਵਿੱਚ ਜਿਹੜੇ ਵੀਰ ਸਾਡੇ ਭੈਣਾਂ ਕੇਸ ਕਟਵਾਉਂਦੇ ਹੋ, ਕਦੇ ਬਾਣੀ ਨੂੰ ਧਿਆਨ ਨਾਲ ਪੜ੍ਹੋ, ਧਰਮ ਦੇ ਨੇੜੇ ਆਓ। ਜੇ ਭੜਕ ਗਏ ਹੋ ਤੇ ਸਿੱਧੇ ਰਸਤੇ ਤੇ ਪਵੋ। ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਨਾਲ ਸਿੱਖ ਨਫ਼ਰਤ ਕਰਦਾ ਹੈ। ਜੇ ਕੋਈ ਡਾਲੀ ਕੱਟੀ ਵੀ ਜਾਵੇ ਤੇ ਯਤਨ ਕਰੀਏ ਉਹ ਫਿਰ ਪ੍ਰਗਟ ਹੋਵੇ, ਪ੍ਰਫੁੱਲਤ ਹੋਵੇ, ਹਰੀ ਭਰੀ ਹੋਵੇ। ਸੋ ਜਿਹੜੇ ਸਿੱਖੀ ਸਿਧਾਂਤ ਤੋਂ ਜਾਣੂ ਨੇ, ਕਿਸੇ ਵੀ ਧਰਮ ਵਿੱਚ ਨੇ, ਕੇਸਾਂ ਦੀ ਬੇਅਦਬੀ ਦੀ ਮਨਾਹੀ ਹੈ। ਉਹ ਆਪੋ ਆਪਣੇ ਧਰਮ ਵੱਲ ਪਰਤੋ, ਕੇਸਾਂ ਦਾ ਅਦਬ ਕਰੋ, ਸਤਿਕਾਰ ਕਰੋ। ਕੇਸ ਸਾਰਿਆਂ ਦੇ ਹੀ ਪ੍ਰਗਟ ਹੁੰਦੇ ਨੇ। ਹਾਂ, ਬੰਦਾ ਕੱਟਦਾ ਜ਼ਰੂਰ ਹੈ, ਅਗਾਉਂਦਾ ਬੰਦਾ ਨਹੀਂ ਹੈ, ਉਗਦੇ ਪਰਮਾਤਮਾ ਦੇ ਹੁਕਮ ਵਿੱਚ ਨੇ। ਖੈਰ ਬੜਾ ਸਵਾਰਿਆ ਵਾਲਾਂ ਨੂੰ, ਕਿਸੇ ਨੇ ਪਗੜੀ ਬੜੀ ਸਵਾਰੀ। ਇੱਥੇ ਸਮਝਾਇਆ ਇਹ ਹੈ ਵੀ 2-2 4-4 ਘੰਟੇ ਚੰਮ ਸਵਾਰਦਾ ਰਹਿਣਾ ਹੈ। ਇਹ ਠੀਕ ਹੈ, ਇਹਨੂੰ ਸਾਫ਼ ਸੁਥਰਾ ਰੱਖ, ਇਸ਼ਨਾਨ ਕਰ, ਕੇਸ ਵਾ, ਦਸਤਾਰ ਬੰਨ੍ਹ, ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਤੂੰ 4-5 ਘੰਟੇ ਸਰੀਰ 'ਤੇ ਹੀ ਲਾ ਦੇਵੇਂ, ਮਨ ਨੂੰ ਸਵਾਰੇ ਹੀ ਨਾ, ਚੌਂਕੜਾ ਲਾਵੇਂ ਹੀ ਨਾ, ਰੱਬ ਦੇ ਗੀਤ ਗਾਵੇਂ ਹੀ ਨਾ। ਕਹਿੰਦੇ ਇਹੋ ਤਨ ਹੋਏਗੋ ਭਸਮ ਕੀ ਢੇਰੀ। ਜਿਹੜਾ ਇੰਨਾ ਸਮਾਂ ਸ਼ੀਸ਼ੇ ਅੱਗੇ ਖਲੋ ਕੇ ਇਸ ਚੰਮ ਨੂੰ ਸਵਾਰਦਾ ਹੈ ਨਾ, ਮਾਣ ਕਰਦਾ ਹੈ ਸੁਹੱਪਣ ਦਾ, ਇਹ ਕੁਝ ਵੀ ਨਹੀਂ ਹੈ। ਥੋੜ੍ਹਾ ਸਮਾਂ ਖਲੋ ਜਾ, ਇਹ ਮਿੱਟੀ ਦੀ ਮੁੱਠ ਹੈ, ਇਹਦੇ ਨਾਲੋਂ ਵੱਧ ਕੇ ਇਹ ਕੁਝ ਵੀ ਨਹੀਂ ਹੈ। ਯੂ ਵੇਅਰ ਆ ਸਟਾਈਲਿਸ਼ ਟਰਬਨ ਔਨ ਯੋਰ ਹੈਡ। ਬੜੀ ਪੱਗ ਸਵਾਰ ਕੇ ਬੰਨ੍ਹ ਲਈ, ਸਾਰੀ ਦਿਹਾੜੀ ਪੱਗ ਹੀ ਸਵਾਰੀ ਗਿਆ, ਕੇਸ ਹੀ ਸਵਾਰੀ ਗਿਆ। ਯੋਰ ਬੋਡੀ ਸ਼ੈਲ ਬੀ ਰਿਡਿਊਸ ਟੂ ਪਾਈਲ ਆਫ ਐਸ਼ਿਸ। ਥੋੜ੍ਹਾ ਸਮਾਂ ਖਲੋ ਜਾ, ਮੁੱਠੀ ਪਰ ਮਿੱਟੀ ਦੀ ਔਕਾਤ ਰਹਿ ਜਾਣੀ ਹੈ ਤੇਰੀ। ਉੱਚੇ ਮੰਦਰ, ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਚੰਗੇ ਮੰਦਰਾਂ ਵਿੱਚ ਰਹਿੰਦਾ ਹੋਵੇ, ਸੁੰਦਰ ਤੇਰੀ ਨਾਰੀ ਹੋਵੇ, ਬੜੀਆਂ ਦੌਲਤਾਂ ਸ਼ੋਹਰਤਾਂ ਦਾ ਵਾਰਸ ਹੋਵੇਂ, ਜੇ ਰੱਬ ਦੇ ਗੀਤ ਨਹੀਂ ਗਾਏ, ਜ਼ਿੰਦਗੀ ਦਾ ਜੂਆ ਹਾਰ ਕੇ ਜਾਵੇਂਗਾ ਤੂੰ। ਬਿਸਟਾ ਅਸਤ ਰਕਤ ਪਰੇਟੇ ਚਾਮ, ਇਸ ਉੱਪਰ ਲੈ ਰਾਖਿਓ ਗੁਮਾਨ। ਕਾਦਾ ਮਾਣ ਹੈ ਇਹਨਾਂ ਅੱਖਾਂ ਤੇ, ਇਸ ਸਰੀਰ ਤੇ। ਕਹਿੰਦੇ ਤੂੰ ਕਦੇ ਡੂੰਘਾਈ ਵਿੱਚ ਵੇਖੀ, ਜਦੋਂ ਕੋਈ ਹਕੀਮ ਚੀਰ ਫਾੜ ਕਰਦਾ ਹੈ ਨਾ ਸਰੀਰ ਦੀ, ਤੁਸੀਂ ਥੱਲੇ ਵੇਖਿਆ ਹੋਵੇਗਾ, ਵਿਸਟਾ ਨਿਕਲਦੀ ਹੈ, ਹੱਡੀਆਂ ਨਿਕਲਦੀਆਂ ਨੇ,
ਰਕਤ ਦਾ ਗਾਰਾ ਲੱਗਾ ਹੋਇਆ ਹੈ, ਚੰਮ ਵਿੱਚ ਤੂੰ ਪਲੇਟਿਆ ਹੋਇਆ ਹੈ। ਪਿਤਾ ਦਾ ਪਲੀਤ ਕਤਰਾ, ਮਾਤਾ ਦਾ ਰਕਤ, ਇਹ ਗਾਰਾ ਲੱਗਿਆ ਹੈ। ਇਸ ਚਿੱਟੇ ਚੰਮ ਦੇ ਥੱਲੇ ਮਹਾਰਾਜ ਕਹਿੰਦੇ ਗੰਦਗੀ ਹੈ। ਫਿਰ ਇਹ ਗੰਦਗੀ ਤੇ ਗੁਮਾਨ ਕਾਹਦਾ ਹੈ? ਮਹਾਰਾਜ ਫਿਰ ਇਹ ਪਵਿੱਤਰ ਨਹੀਂ ਹੋ ਸਕਦਾ ਸਰੀਰ। ਕਹਿੰਦੇ ਨੇ ਏਕ ਵਸਤ ਬੂਝੈ ਤਾਂ ਹੋਵੈ ਪਾਕ, ਬਿਨ ਬੂਝੈ ਤੂੰ ਸਦਾ ਨਾਪਾਕ। ਇੱਕ ਜਿਹੜੀ ਇਹਦੇ ਅੰਦਰ ਵਸਤ ਹੈ, ਅਕਾਲ ਪੁਰਖ ਦਾ ਨਾਮ, ਉਹਨੂੰ ਪ੍ਰਗਟ ਕਰ ਲਵੇਂ ਤੇ ਤੂੰ ਪਾਕ ਅਖਵਾਵੇਂਗਾ, ਪਵਿੱਤਰ ਅਖਵਾਵੇਂਗਾ। ਜੇ ਪ੍ਰਗਟ ਨਾ ਕਰ ਸਕਿਆ ਮਨੁੱਖੇ ਜਾਮੇ ਅੰਦਰ ਪਰਮੇਸ਼ਵਰ ਨੂੰ, ਤੂੰ ਨਾਪਾਕ ਹੀ ਜਾਵੇਂਗਾ ਦੁਨੀਆ ਤੋਂ, ਕੋਈ ਤੇਰਾ ਨਾਮ ਨਹੀਂ ਲਵੇਗਾ ਦੁਨੀਆ ਤੇ। ਸੋ ਮਹਾਰਾਜ ਸਮਝਾਉਂਦੇ ਨੇ, ਕਹੋ ਨਾਨਕ ਗੁਰ ਕਉ ਕੁਰਬਾਨ, ਜਿਸ ਤੇ ਪਾਈਐ ਹਰ ਪੁਰਖ, ਸੋ ਜਾਣ ਗੁਰੂ ਦੀ ਸ਼ਰਣੀ ਆਓ, ਗੁਰੂ ਦੇ ਗੀਤ ਗਾਓ, ਗੁਰੂ ਤੋਂ ਆਪਾ ਵਾਰੋ। ਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਤੁਹਾਨੂੰ ਮਿਲਾ ਦਿੰਦੇ ਨੇ, ਆਪਣੇ ਨਿਰਗੁਣ ਸਰੂਪ ਨਾਲ ਮਿਲਾ ਦਿੰਦੇ ਨੇ, ਸੁਜਾਨ ਪ੍ਰਾਈਮਲ ਬੀਇੰਗ ਦੇ ਨਾਲ ਤੁਹਾਨੂੰ ਮਿਲਾ ਦਿੰਦੇ ਨੇ। ਭਈ ਪਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਮਨੁੱਖਾ ਜਨਮ ਵਾਰੀ ਸੀ ਖੁਦਾ ਨੂੰ ਮਿਲਦੀ, ਜਿਹਨੂੰ ਮਿਲ ਪਿਆ ਉਹਦਾ ਜੀਵਨ ਸਫਲਾ ਹੈ। ਉਹਦਾ ਨਾਪਾਕ ਸਰੀਰ ਵੀ ਪਾਕ ਸਮਝਿਆ ਜਾਂਦਾ। ਲੋਕ ਸਿਜਦਾ ਪਏ ਕਰਦੇ ਨੇ, ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸੋ ਇਸ ਸਰੀਰ ਤੇ ਫਰੀਦ ਜੀ ਕਹਿੰਦੇ ਗੁਮਾਨ ਨਾ ਕਰ, ਪਰਮਾਤਮਾ ਦੇ ਗੀਤ ਗਾ। ਜ਼ਰਾ ਆਣ ਚੜਿਆ ਹੈ, ਬੁਢੇਪਾ ਆ ਗਿਆ ਹੈ, ਅਰਦਾਸ ਕਰਿਆ ਕਰੇ ਜੀਵਨ ਸਫਲਾ ਹੋਵੇ। ਪਰਮਾਤਮਾ ਦੇ ਗੀਤ ਗਾਉਣੇ ਤੇਰੇ ਹਿੱਸੇ ਆ ਗਏ ਤੇ ਕਹਿੰਦੇ ਨੇ ਇਹ ਜ਼ਿੰਦਗੀ ਦੀ ਬਾਰੀ ਜਿੱਤ ਜਾਵੇਂਗਾ, ਨਹੀਂ ਤੇ ਜੂਆ ਰੂਪੀ ਇਹ ਜ਼ਿੰਦਗੀ ਹੈ। ਜੇ ਨਾਮ ਨਾ ਕਮਾ ਸਕਿਆ ਤੇ ਹਾਰ ਕੇ ਜਾਵੇਂਗਾ ਦੁਨੀਆ ਤੋਂ। ਸੋ ਐਸਾ ਵੈਰਾਗ ਦਾ ਉਪਦੇਸ਼ ਬਾਬਾ ਫਰੀਦ ਜੀ ਮਹਾਰਾਜ ਸਾਨੂੰ ਬਖਸ਼ਦੇ ਨੇ, ਸਾਨੂੰ ਸਮਝਾਉਂਦੇ ਨੇ। ਕਹਿੰਦੇ ਸਰੀਰ ਨੇ ਮਿੱਟੀ ਹੋਣਾ, ਇਹ 'ਚ ਆਲਣੇ ਪਾ ਲੈਣੇ ਨੇ ਪੰਛੀਆਂ ਦੇ। ਐਸੀ ਹਾਲਤ ਇਹਦੀ ਹੋ ਜਾਣੀ ਹੈ, ਕਬਰ ਵਿੱਚ ਪਿਆ ਹੋਇਆ ਤੇ ਕੀੜਿਆਂ ਬਹਿ ਜਾਣਾ ਇਹਦੇ ਵਿੱਚ। ਲੋਥ ਬਾਹਰ ਰਹਿ ਗਈ ਤੇ ਪੰਛੀਆਂ ਨੇ ਆਂਡੇ ਦੇਣੇ ਨੇ ਇਹਦੇ ਪਿੰਜਰ ਵਿੱਚ। ਤੇ ਜੇ ਕਿਸੇ ਨੇ ਫੂਕ ਦਿੱਤਾ ਫਿਰ ਤੇ ਉੱਦਾਂ ਹੀ ਖੁਰਾ ਖੋਜ ਮਿਟ ਜਾਣਾ ਹੈ, ਵਜੂਦ ਹੀ ਨਹੀਂ ਰਹਿਣਾ। ਫਿਰ ਮਿੱਟੀ ਦਾ ਕਾਹਦਾ ਮਾਣ ਹੈ? ਪਰਮਾਤਮਾ ਦੇ ਗੀਤ ਗਾਇਆ ਕਰੋ। ਇਹ ਜੀਵਨ ਦੀ ਫਿਰ ਜਿਹੜੀ ਕੀਮਤ ਹੈ ਹੀਰਿਆਂ ਵਾਂਗ ਪਵੇਗੀ। ਕੋਈ ਬਾਬਾ ਫਰੀਦ ਕਬੀਰ ਵਾਂਗੂ ਤੇਰਾ ਨਾਮ ਲਵੇਗਾ, ਨਾਮ ਦੀ ਚਮਕ ਤੇਰੀ ਐਸੀ ਹੋਵੇਗੀ, ਦੁਨੀਆ ਮਿਟ ਜਾਵੇ ਇਹ ਚਮਕ ਨਹੀਂ ਮਿਟੇਗੀ। ਸੋ ਐਸਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਬਾਬਾ ਫਰੀਦ ਜੀ ਦਾ ਸਾਡੇ ਲਈ ਉਪਦੇਸ਼ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।